ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਸਮਾਜਿਕ ਸਤਰੀਕਰਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਾਂਗੇ। ਕਰੈਕਟਰਿਸਟਿਕ ਆਫ ਸੋਸ਼ਲ ਸਟ੍ਰੈਟੀਫਿਕੇਸ਼ਨ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਲੈਕਚਰ ਆਪਣੇ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਹਾਂਜੀ, ਹੁਣ ਅਸੀਂ ਗੱਲ ਕਰਦੇ ਹਾਂ ਸਮਾਜਿਕ ਸਤਰੀਕਰਨ ਦੀਆਂ ਵਿਸ਼ੇਸ਼ਤਾਵਾਂ। ਨੰਬਰ 1, ਸਮਾਜਿਕ ਸਤਰੀਕਰਨ ਸਮਾਜਿਕ ਹੈ। ਸਟ੍ਰੈਟੀਫਿਕੇਸ਼ਨ ਇਜ਼ ਸੋਸ਼ਲ। ਸਤਰੀਕਰਨ ਸਮਾਜਿਕ ਹੈ। ਜਿਵੇਂ ਕਿ ਜੀਵ ਵਿਗਿਆਨਿਕ ਜਾਂ ਵਿਰਸੇ ਵਿੱਚ ਪ੍ਰਾਪਤ ਕੀਤੀਆਂ ਵਿਸ਼ੇਸ਼ਤਾਵਾਂ ਜਿਵੇਂ ਤਾਕਤ, ਬੁੱਧੀ, ਉਮਰ, ਲਿੰਗ, ਉੱਚਾ ਕੱਦ ਅਤੇ ਸ਼ਕਲ ਸੂਰਤ ਆਦਿ ਰੁਤਬਾ ਨਿਰਧਾਰਤ ਕਰਨ ਦੇ ਪੱਧਰ ਹਨ। ਇਹ ਸਭ ਲੱਛਣ ਆਪਣੇ ਆਪ ਵਿੱਚ ਕੋਈ ਮਹੱਤਵ ਨਹੀਂ ਰੱਖਦੇ। ਸਮਾਜ ਦੇ ਮੈਂਬਰਾਂ ਦੇ ਵਿਚਾਰ ਹੀ ਇਹਨਾਂ ਨੂੰ ਮਹੱਤਵ ਪ੍ਰਦਾਨ ਕਰਦੇ ਹਨ। ਉੱਚੇ ਕੱਦ ਦਾ ਕੋਈ ਮਹੱਤਵ ਨਹੀਂ ਜਦੋਂ ਤੱਕ ਕਿ ਸਮਾਜ ਵਿਸ਼ੇਸ਼ ਦੇ ਮੈਂਬਰ ਇਸ ਨੂੰ ਮਹੱਤਵਪੂਰਨ ਨਾ ਸਮਝਣ। ਕਿਸੇ ਦੀ ਹਾਈਟ ਉੱਚੀ ਹੈ, ਕਿਸੇ ਦੀ ਛੋਟੀ ਹੈ, ਇਸ ਦਾ ਮਹੱਤਵ ਸਮਾਜ 'ਤੇ ਹੈ ਕਿ ਸਮਾਜ ਦੇ ਲੋਕਾਂ ਦੇ ਵਿਚਾਰ ਕੀ ਨੇ। ਉੱਚਾ ਕੱਦ ਨੂੰ ਉਹ ਵਧੀਆ ਮੰਨਦੇ ਨੇ ਜਾਂ ਛੋਟੇ ਕੱਦ ਨੂੰ ਵਧੀਆ ਮੰਨਦੇ ਨੇ। ਇਹੀ ਹੀ ਗੱਲ ਲਿੰਗ, ਉਮਰ ਅਤੇ ਹੋਰ ਸਰੀਰਕ ਲੱਛਣਾਂ ਦੀ ਹੈ। ਉਦਾਹਰਨ ਵਜੋਂ ਕੁਝ ਸਮਾਜਾਂ ਵਿੱਚ ਔਰਤਾਂ ਦੇ ਮੋਟੇ ਹੋਣ ਨੂੰ ਸੋਹਣੇਪਨ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ, ਜਦੋਂ ਕਿ ਕੁਝ ਸਮਾਜਾਂ ਵਿੱਚ ਇਸ ਨੂੰ ਬਦਸੂਰਤੀ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਵੱਖ-ਵੱਖ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿਚਾਰਾਂ 'ਤੇ ਨਿਰਭਰ ਕਰਦਾ ਕਿ ਉਹ ਕਿਸ ਚੀਜ਼ ਨੂੰ ਵਿਸ਼ੇਸ਼ ਮੰਨਦੇ ਆ, ਕਿਸ ਨੂੰ ਵਿਸ਼ੇਸ਼ ਨਹੀਂ ਮੰਨਦੇ। ਕਿਸੇ ਸਮਾਜ ਦੇ ਵਿੱਚ ਮੋਟਾ ਹੋਣਾ ਇੱਕ ਸੁੰਦਰਤਾ ਦੀ ਨਿਸ਼ਾਨੀ ਹੈ, ਕਿਸੇ ਸਮਾਜ ਦੇ ਵਿੱਚ ਮੋਟਾ ਹੋਣਾ ਇੱਕ ਬਦਸੂਰਤੀ ਦੀ ਨਿਸ਼ਾਨੀ ਹੈ। ਅਤੇ ਕੁਝ ਸਮਾਜਾਂ ਵਿੱਚ ਜਨਾਨੀ ਦੀ ਜਾਂ ਔਰਤ ਦੀ ਸੂਰਤ ਨੂੰ ਕੋਈ ਮਹੱਤਵ ਨਹੀਂ ਦਿੱਤਾ ਜਾਂਦਾ। ਇਹ ਉਦਾਹਰਨ ਇਸ ਗੱਲ ਨੂੰ ਸਪਸ਼ਟ ਕਰਦੀ ਹੈ ਕਿ ਸਰੀਰਕ ਵਿਸ਼ੇਸ਼ਤਾਵਾਂ 'ਤੇ ਆਧਾਰਿਤ ਸਤਰੀਕਰਨ ਅਜੇ ਵੀ ਸਮਾਜਿਕ ਵਿਚਾਰਾਂ ਦੁਆਰਾ ਨਿਰਧਾਰਿਤ ਹੁੰਦਾ ਹੈ। ਕੋਈ ਵੀ ਜੀਵ ਵਿਗਿਆਨਿਕ ਲੱਛਣ ਉਦੋਂ ਤੱਕ ਸਮਾਜਿਕ ਸਤਰੀਕਰਨ ਦਾ ਆਧਾਰ ਨਹੀਂ ਬਣਦਾ ਜਦੋਂ ਤੱਕ ਕਿ ਸਮਾਜ ਦੇ ਮੈਂਬਰਾਂ ਦੀਆਂ ਕੀਮਤਾਂ, ਵਿਸ਼ਵਾਸਾਂ, ਵਿਚਾਰਾਂ ਅਤੇ ਵਿਵਹਾਰ ਦਾ ਹਿੱਸਾ ਨਹੀਂ ਬਣ ਜਾਂਦਾ। ਇਸ ਤਰ੍ਹਾਂ ਕਿਸੇ ਵੀ ਜੀਵ ਵਿਗਿਆਨਿਕ ਵਿਸ਼ੇਸ਼ਤਾ ਨੂੰ ਉਦੋਂ ਤੱਕ ਅਸੀਂ ਸਮਾਜਿਕ ਸਤਰੀਕਰਨ ਦਾ ਆਧਾਰ ਨਹੀਂ ਮੰਨ ਸਕਦੇ ਜਦੋਂ ਤੱਕ ਉਹ ਸਮਾਜ ਦੇ ਵਿੱਚ ਦੀਆਂ ਕੀਮਤਾਂ, ਵਿਸ਼ਵਾਸਾਂ ਆਦਿ ਦਾ ਆਧਾਰ ਨਹੀਂ ਬਣ ਜਾਂਦਾ ਜਾਂ ਹਿੱਸਾ ਨਹੀਂ ਬਣ ਜਾਂਦਾ। ਇਹ ਤਾਂ ਸੀ ਪਹਿਲੀ ਵਿਸ਼ੇਸ਼ਤਾ, ਸਮਾਜਿਕ ਸਤਰੀਕਰਨ ਸਮਾਜਿਕ ਹੈ। ਅਗਲੀ ਵਿਸ਼ੇਸ਼ਤਾ ਹੈ ਸਤਰੀਕਰਨ ਹਰ ਥਾਂ ਪਾਇਆ ਜਾਂਦਾ ਹੈ। ਸਟ੍ਰੈਟੀਫਿਕੇਸ਼ਨ ਇਜ਼ ਫਾਊਂਡ ਐਵਰੀਵੇਅਰ। ਹਰ ਥਾਂ 'ਤੇ ਸਮਾਜ ਦੇ ਵਿੱਚ ਸਮਾਜਿਕ ਸਤਰੀਕਰਨ ਸਾਨੂੰ ਦੇਖਣ ਨੂੰ ਮਿਲਦਾ ਹੈ। ਵਿਸ਼ਵ ਵਿੱਚ ਕੋਈ ਵੀ ਅਜਿਹਾ ਮਾਨਵੀ ਸਮਾਜ ਨਹੀਂ, ਇੱਥੋਂ ਤੱਕ ਕਿ ਕੋਈ ਸਮਾਜਵਾਦੀ ਸਮਾਜ ਵੀ ਨਹੀਂ ਜਿਸ ਵਿੱਚ ਸਮਾਜਿਕ ਸਤਰੀਕਰਨ ਨਾ ਪਾਇਆ ਜਾਂਦਾ ਹੋਵੇ। ਇੱਥੋਂ ਤੱਕ ਕਿ ਬੇਸ਼ਮੇਰ ਸ਼ਿਕਾਰੀਆਂ ਅਤੇ ਕੰਦਮੂਲ ਇਕੱਠਾ ਕਰਨ ਵਾਲੇ 50 ਤੋਂ 100 ਲੋਕਾਂ ਦੇ ਸਵੈ ਨਿਯੰਤਰਿਤ ਟੋਲਿਆਂ ਵਿੱਚ ਵੀ ਥੋੜ੍ਹਾ ਜਾਂ ਬਹੁਤਾ ਸਮਾਜਿਕ ਸਤਰੀਕਰਨ ਪਾਇਆ ਜਾਂਦਾ ਹੈ। ਇਸ ਦਾ ਭਾਵ ਇਹ ਹੈ ਕਿ ਸਮਾਜ ਦੇ ਵਿੱਚ ਪ੍ਰਾਚੀਨ ਸਮਾਜ ਤੋਂ ਹੀ, ਚਾਹੇ ਉਹ ਜਿਹੜੇ ਲੋਕ ਸੀਗੇ ਸ਼ੁਰੂ ਦੇ ਵਿੱਚ ਜਿਵੇਂ ਕੰਦਮੂਲ ਇਕੱਠਾ ਕਰਨਾ, ਸ਼ਿਕਾਰ ਕਰਨ ਵਾਲੇ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਸੀ, ਸਮਾਜਿਕ ਸਤਰੀਕਰਨ ਉਹਨਾਂ ਵਿੱਚ ਵੀ ਦੇਖਣ ਨੂੰ ਮਿਲਦਾ ਸੀ। ਸਮਾਜਿਕ ਤੌਰ 'ਤੇ ਨਿਰਧਾਰਿਤ ਅਸਮਾਨਤਾਵਾਂ ਹਨ, ਜਿਵੇਂ ਕਿ ਔਰਤ ਅਤੇ ਮਰਦ, ਬਾਲਗ ਅਤੇ ਬੱਚੇ। ਇਸੇ ਤਰ੍ਹਾਂ ਸ਼ਕਤੀ, ਸੰਪਤੀ, ਪ੍ਰਤਿਸ਼ਠਾ ਦੀਆਂ ਅਸਮਾਨਤਾਵਾਂ ਸਰਵ ਵਿਆਪੀ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਸਮਾਜਿਕ ਸਤਰੀਕਰਨ ਹਰ ਥਾਂ 'ਤੇ ਮੌਜੂਦ ਰਹਿੰਦਾ ਹੈ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ। ਜਿਵੇਂ
ਔਰਤ ਅਤੇ ਮਰਦ ਦੇ ਵਿੱਚ ਵਖਰੇਵਾਂ। ਸਮਾਜ ਦੇ ਵਿੱਚ ਜਿਹੜੇ ਪਿਤਾ ਪੁਰਖੀ ਸਮਾਜ ਨੇ, ਉੱਥੇ ਮਰਦ ਨੂੰ ਜ਼ਿਆਦਾ ਮਹੱਤਵ ਦਿੱਤੀ ਜਾਂਦੀ ਹੈ, ਉਸ ਦਾ ਨੰਬਰ ਉੱਪਰ ਰੱਖਿਆ ਜਾਂਦਾ ਹੈ ਅਤੇ ਔਰਤ ਨੂੰ ਦੂਜੇ ਨੰਬਰ 'ਤੇ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿੱਥੇ ਔਰਤ ਪ੍ਰਧਾਨ ਸਮਾਜ ਨੇ, ਮਾਤਾ ਵੰਸ਼ੀ ਪਰਿਵਾਰ ਨੇ, ਉੱਥੇ ਔਰਤ ਦਾ ਸਥਾਨ ਪਹਿਲਾਂ ਆਉਂਦਾ ਹੈ, ਮਰਦ ਦਾ ਬਾਅਦ ਦੇ ਵਿੱਚ ਆਉਂਦਾ ਹੈ। ਇਸ ਤੋਂ ਇਲਾਵਾ ਸੰਪਤੀ, ਪੈਸਾ, ਪ੍ਰੋਪਰਟੀ ਆਦਿ ਦੇ ਆਧਾਰ 'ਤੇ ਵੀ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਸਤਰੀਕਰਨ ਦੇਖਣ ਨੂੰ ਮਿਲਦਾ ਹੈ। ਅਗਲੀ ਵਿਸ਼ੇਸ਼ਤਾ ਹੈ ਅਸਮਾਨਤਾਵਾਂ ਅਤੇ ਭਿੰਨਤਾਵਾਂ, ਇਨਇਕੁਅਲਿਟੀਜ਼ ਐਂਡ ਡਿਫਰੈਂਸਿਸ। ਇਸ ਤਰ੍ਹਾਂ ਸਮਾਜਿਕ ਸਤਰੀਕਰਨ ਦੇ ਹੋਂਦ ਵਿੱਚ ਆਉਣ ਲਈ ਜ਼ਰੂਰੀ ਸ਼ਰਤ ਹੈ ਕਿ ਮਨੁੱਖੀ ਸਮਾਜ ਵਿੱਚ ਅਸਮਾਨਤਾਵਾਂ ਅਤੇ ਭਿੰਨਤਾਵਾਂ ਪਾਈਆਂ ਜਾਂਦੀਆਂ ਹੋਣ। ਜੇਕਰ ਅਸਮਾਨਤਾਵਾਂ ਅਤੇ ਭਿੰਨਤਾਵਾਂ ਨਹੀਂ ਹੋਣਗੀਆਂ ਤਾਂ ਉਹ ਸਮਾਜ ਦੇ ਵਿੱਚ ਸਮਾਜਿਕ ਸਤਰੀਕਰਨ ਮੌਜੂਦ ਨਹੀਂ ਹੋਵੇਗਾ। ਕੋਈ ਅਜਿਹਾ ਸਮਾਜ ਨਹੀਂ ਹੈ ਜਿੱਥੇ ਸਮਾਜਿਕ ਸਤਰੀਕਰਨ ਨਾ ਹੋਵੇ, ਭਾਵ ਹਰ ਸਮਾਜ ਦੇ ਵਿੱਚ ਅਸਮਾਨਤਾਵਾਂ ਅਤੇ ਭਿੰਨਤਾਵਾਂ ਵੇਖਣ ਨੂੰ ਮਿਲਦੀਆਂ ਹਨ, ਕਿਉਂਕਿ ਮਨੁੱਖੀ ਜੀਵਨ ਵਿੱਚ ਲਿੰਗ, ਉਮਰ, ਜਾਤ, ਨਸਲ, ਰਾਜਨੀਤੀ, ਧਰਮ, ਪੇਸ਼ਿਆਂ ਦੇ ਆਧਾਰ 'ਤੇ ਸਮਾਜ ਦੇ ਵਿੱਚ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਇਹਨਾਂ ਸਭ ਦੇ ਆਧਾਰ 'ਤੇ ਪਾਈਆਂ ਜਾਂਦੀਆਂ ਭਿੰਨਤਾਵਾਂ ਦੇ ਆਧਾਰ ਉੱਤੇ ਸਮਾਜ ਵਿੱਚ ਵੱਖ-ਵੱਖ ਸਥਿਰ ਸਮੂਹ ਹੋਂਦ ਵਿੱਚ ਆਉਂਦੇ ਹਨ। ਇਸ ਤਰ੍ਹਾਂ ਭਿੰਨਤਾਵਾਂ ਸਮਾਜੀਕਰਨ ਦੀ ਪ੍ਰਕਿਰਿਆ ਦੀ ਉਤਪਤੀ ਦਾ ਮੁੱਖ ਸੋਮਾ ਅਤੇ ਜ਼ਰੂਰੀ ਤੱਤ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਸਮਾਜਿਕ ਸਤਰੀਕਰਨ ਤਾਂ ਹੀ ਹੋਏਗਾ ਜੇ ਸਮਾਜ ਦੇ ਵਿੱਚ ਭਿੰਨਤਾਵਾਂ ਅਤੇ ਅਸਮਾਨਤਾਵਾਂ ਮੌਜੂਦ ਹੋਣਗੀਆਂ। ਅਗਲੀ ਵਿਸ਼ੇਸ਼ਤਾ ਹੈ ਸਮਾਜਿਕ ਸਤਰੀਕਰਨ ਮਾਤਰਾ ਅਤੇ ਰੂਪ ਵਿੱਚ ਭਿੰਨ ਹੁੰਦਾ ਹੈ। ਸਟ੍ਰੈਟੀਫਿਕੇਸ਼ਨ ਵੇਰੀਅਸ ਇਨ ਫਾਰਮ ਐਂਡ ਡਿਗਰੀ। ਸਮਾਜਿਕ ਸਤਰੀਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਭਾਵੇਂ ਕੁਝ ਅਸਮਾਨਤਾਵਾਂ ਸਰਵਵਿਆਪੀ ਹਨ, ਪਰ ਵੱਖ-ਵੱਖ ਸਮਾਜਾਂ ਵਿੱਚ ਅਸਮਾਨਤਾ ਦੀ ਮਾਤਰਾ ਅਤੇ ਸਰੂਪ ਵੱਖੋ ਵੱਖਰੇ ਹੁੰਦੇ ਹਨ। ਪਰੰਪਰਾਗਤ ਜਾਂ ਪ੍ਰਾਚੀਨ ਭਾਰਤ ਸ਼ਾਇਦ ਸਭ ਸਮਾਜਾਂ ਤੋਂ ਸਭ ਤੋਂ ਵੱਧ ਸਤਰੀਕ੍ਰਿਤ ਸਮਾਜ ਸੀ। ਇਸ ਤਰ੍ਹਾਂ ਇਸ ਦੇ ਉਲਟ ਇਜ਼ਰਾਈਲ ਦੇ ਵਿੱਚ ਲਗਭਗ ਪੂਰਨ ਸਮਾਨਤਾ ਸੀ। ਇਸ ਤਰ੍ਹਾਂ ਵੱਖ-ਵੱਖ ਸਮਾਜ ਨੇ ਜਿਹੜੇ, ਉੱਥੇ ਅਸਮਾਨਤਾਵਾਂ ਨੇ ਜਿਹੜੀਆਂ ਉਹ ਵੱਖੋ ਵੱਖਰੇ ਰੂਪ ਦੇ ਵਿੱਚ ਪਾਈਆਂ ਜਾਂਦੀਆਂ ਨੇ। ਜਿਵੇਂ ਅਸੀਂ ਦੇਖੀਏ ਸਾਡੀ ਇੰਡੀਅਨ ਸੁਸਾਇਟੀ ਦੇ ਵਿੱਚ ਜਾਤੀ ਦੇ ਆਧਾਰ 'ਤੇ ਅਸਮਾਨਤਾਵਾਂ ਦੇਖਣ ਨੂੰ ਮਿਲਣਗੀਆਂ। ਜੇ ਅਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰੀਏ ਤਾਂ ਉੱਥੇ ਜਾਤੀ ਦੀ ਥਾਂ 'ਤੇ ਨਸਲ ਦੇ ਆਧਾਰ 'ਤੇ ਅਸਮਾਨਤਾਵਾਂ ਦੇਖਣ ਨੂੰ ਮਿਲਣਗੀਆਂ। ਇਸ ਤਰ੍ਹਾਂ ਵੱਖ-ਵੱਖ ਸਮਾਜਾਂ ਦੇ ਵਿੱਚ ਸਮਾਜਿਕ ਸਤਰੀਕਰਨ ਦਾ ਰੂਪ ਅਤੇ ਮਾਤਰਾ ਵੱਖੋ ਵੱਖਰੀ ਹੁੰਦੀ ਹੈ। ਅਗਲੀ ਵਿਸ਼ੇਸ਼ਤਾ ਹੈ ਸਮਾਜਿਕ ਸਤਰੀਕਰਨ ਦਾ ਪ੍ਰਗਟਾਵਾ ਉੱਚਤਾ ਅਤੇ ਨਿਮਨਤਾ ਸਮਾਜਿਕ ਸਤਰਾਂ ਦੇ ਮੌਜੂਦ ਹੋਣ ਦੇ ਮਾਧਿਅਮ ਰਾਹੀਂ ਹੁੰਦਾ ਹੈ। ਇਸ ਤਰ੍ਹਾਂ ਸੋਸ਼ਲ ਸਟ੍ਰੈਟੀਫਿਕੇਸ਼ਨ ਹੈ ਜਿਹੜਾ, ਸੋਸ਼ਲ ਸਟ੍ਰੈਟੀਫਿਕੇਸ਼ਨ ਇਜ਼ ਮੈਨੀਫੈਸਟਡ ਇਨ ਦਾ ਐਕਸਿਸਟੈਂਸ ਆਫ ਅਪਰ ਐਂਡ ਲੋਅਰ ਸੋਸ਼ਲ ਲੇਅਰਸ। ਸਮਾਜਿਕ ਸਤਰੀਕਰਨ ਸਮਾਜ ਵਿਸ਼ੇਸ਼ ਦੀਆਂ ਵੱਖ-ਵੱਖ ਸਤਰਾਂ ਦੇ ਵਿੱਚ ਭੇਦ ਦੁਆਰਾ ਬਿਆਨ ਹੁੰਦਾ ਹੈ। ਇਹ ਵੱਖ-ਵੱਖ ਭੇਦ ਜਾਂ ਭਿੰਨਤਾ ਜਾਂ ਅਸਮਾਨਤਾ ਸਮਾਜ ਦੇ ਵਿੱਚ ਸੱਤਾ, ਸ਼ਕਤੀ, ਧਨ, ਸੰਪਰਕ, ਕਿਰਿਆਵਾਂ, ਕੀਮਤਾਂ ਆਦਿ ਦੀ ਸਥਿਤੀ ਦੇ ਆਧਾਰ 'ਤੇ ਨਿਰਧਾਰਿਤ ਕੀਤਾ ਜਾਂਦਾ ਹੈ। ਸਤਰੀਕਰਨ ਇਹਨਾਂ ਸਮਾਜਿਕ ਸਤਰਾਂ ਵਿੱਚ ਭੇਦ ਹੀ ਨਹੀਂ ਕਰਦਾ, ਸਗੋਂ ਇਹਨਾਂ ਨੂੰ ਉੱਚੇ ਅਤੇ ਨੀਵੇਂ, ਉੱਚਤਾ ਅਤੇ ਅਧੀਨਤਾ ਦੇ ਕ੍ਰਮ ਵਿੱਚ ਵੀ ਵਿਵਸਥਿਤ ਕਰਦਾ ਹੈ। ਇਸ ਤਰ੍ਹਾਂ ਸਮਾਜਿਕ ਸਤਰੀਕਰਨ ਸਮਾਜ ਦੇ ਵਿੱਚ ਜਿਹੜੀਆਂ ਵੱਖ-ਵੱਖ ਸਮਾਜਿਕ ਸਤਰਾਂ ਨੇ, ਵੱਖ-ਵੱਖ ਲੇਅਰਸ ਨੇਗੀਆਂ, ਸੋਸ਼ਲ ਲੇਅਰਸ ਜਿਹਨੂੰ ਅਸੀਂ ਕਹਿੰਦੇ ਹਾਂ, ਉਹਨਾਂ ਦੇ ਵਿੱਚ ਭੇਦ ਹੀ ਨਹੀਂ ਕਰਦਾ, ਉਹਨਾਂ ਨੂੰ ਇੱਕ ਕ੍ਰਮ ਦੇ ਵਿੱਚ ਵੀ ਰੱਖ ਦਿੰਦਾ ਹੈ ਕਿ ਪਹਿਲੇ ਨੰਬਰ 'ਤੇ ਕੌਣ ਹੈ, ਦੂਜੇ ਨੰਬਰ 'ਤੇ ਕੌਣ ਹੈ, ਤੀਜੇ ਨੰਬਰ 'ਤੇ ਕੌਣ ਹੈ।
ਜਿਵੇਂ ਕਰਮ ਦੇ ਵਿੱਚ ਅਸੀਂ ਸਮਾਜਿਕ ਸਤਰੀਕਰਨ ਦੇ ਆਧਾਰ 'ਤੇ ਜੇ ਅਸੀਂ ਕਲਾਸ ਨੂੰ ਰੱਖੀਏ ਤਾਂ ਪਹਿਲਾਂ ਅਪਰ ਕਲਾਸ, ਮਿਡਲ ਕਲਾਸ, ਲੋਅਰ ਕਲਾਸ, ਇਸ ਤਰ੍ਹਾਂ ਸਮਾਜ 3 ਸਤਰਾਂ ਦੇ ਵਿੱਚ ਵੰਡਿਆ ਜਾਂਦਾ ਹੈ। ਅਗਲੀ ਵਿਸ਼ੇਸ਼ਤਾ ਹੈ ਵੱਖ-ਵੱਖ ਸਤਰਾਂ ਦੇ ਜੀਵਨ ਢੰਗ ਅਤੇ ਜੀਵਨ ਮੌਕੇ ਵੱਖੋ ਵੱਖਰੇ ਹੁੰਦੇ ਹਨ। Different social strata have different lifestyle and very different life chances। ਇਸ ਤਰ੍ਹਾਂ ਵੱਖ-ਵੱਖ ਸਮਾਜਿਕ ਸਤਰਾਂ ਦੇ ਜੀਵਨ ਢੰਗ ਵੱਖੋ ਵੱਖਰੇ ਹੁੰਦੇ ਹਨ। ਇਸ ਦਾ ਅਰਥ ਇਹ ਹੈ ਕਿ ਹਰੇਕ ਸਮਾਜਿਕ ਸਤਰ ਦੇ ਖਾਣ ਪੀਣ, ਪਹਿਨਣ, ਸੱਭਿਆਚਾਰਿਕ ਰਿਵਾਜ, ਮਨ ਪਰਚਾਵੇ ਦੀਆਂ ਸਰਗਰਮੀਆਂ, ਮਾਤਾ ਪਿਤਾ ਦੇ ਬੱਚਿਆਂ ਨਾਲ ਸੰਬੰਧ ਵੱਖੋ ਵੱਖਰੇ ਹੁੰਦੇ ਹਨ। ਇਸ ਤੋਂ ਵੀ ਮਹੱਤਵਪੂਰਨ ਵੱਖ-ਵੱਖ ਸਤਰਾਂ ਲਈ ਜੀਵਨ ਮੌਕੇ ਵੱਖ-ਵੱਖ ਹੁੰਦੇ ਹਨ। ਜੀਵਨ ਮੌਕਿਆਂ ਦਾ ਭਾਵ ਇਹ ਹੈ ਕਿ ਵੱਖ-ਵੱਖ ਸਤਰਾਂ ਵਿੱਚ ਸ਼ਿਸ਼ੂ ਮੌਤ ਦਰ, ਸਰੀਰਕ ਅਤੇ ਮਾਨਸਿਕ ਬਿਮਾਰੀਆਂ, ਪਰਿਵਾਰਿਕ ਝਗੜੇ ਅਤੇ ਤਲਾਕ ਆਦਿ ਦੇ ਪੈਟਰਨ ਵੱਖੋ ਵੱਖਰੇ ਹੁੰਦੇ ਹਨ। ਜੇਲ੍ਹ ਜਾਣ ਦੇ ਮੌਕੇ, ਚੰਗੀ ਨੌਕਰੀ ਕਰਨ ਦੀ ਸੰਭਾਵਨਾ, ਦੂਜੇ ਕਿਸੇ ਦੇਸ਼ ਦੀ ਯਾਤਰਾ ਕਰਨ ਜਾਣ ਦੇ ਮੌਕੇ ਵੀ ਵੱਖ-ਵੱਖ ਸਤਰਾਂ ਦੇ ਅਨੁਸਾਰ ਵੱਖ-ਵੱਖ ਹੁੰਦੇ ਹਨ। ਜਿਸ ਸਤਰ ਦੇ ਅਸੀਂ ਮੈਂਬਰ ਹੁੰਦੇ ਹਾਂ ਉਸੇ ਅਨੁਸਾਰ ਹੀ ਜੀਵਨ ਮੌਕੇ ਜਾਂ ਅਵਸਰ ਸਾਡੇ ਲਈ ਖੁੱਲ੍ਹੇ ਜਾਂ ਬੰਦ ਹੁੰਦੇ ਹਨ। ਇਸ ਤਰ੍ਹਾਂ ਵੱਖ-ਵੱਖ ਸਤਰ ਦੇ ਲੋਕਾਂ ਦੇ ਜੀਵਨ ਢੰਗ ਅਤੇ ਜੀਵਨ ਵਿੱਚ ਉਹਨਾਂ ਨੂੰ ਕੁਛ ਕਰਨ ਦੇ ਮੌਕੇ ਉਹਨਾਂ ਦੇ ਸਤਰ ਭਾਵ ਉਹਨਾਂ ਦੇ ਸਟੇਟਸ, ਸੋਸ਼ਲ ਸਟ੍ਰੈਟੀਫਿਕੇਸ਼ਨ ਦੇ ਅਨੁਸਾਰ ਉਹਨਾਂ ਦੇ ਜੋ ਸਟ੍ਰੈਟਾ ਹੈਗਾ, ਜੋ ਸਤਰ ਹੈਗਾ, ਉਸ ਦੇ ਅਨੁਸਾਰ ਹੀ ਹੋਣਗੇ। ਅਗਲੀ ਵਿਸ਼ੇਸ਼ਤਾ ਹੈ ਰੁਤਬਾ ਜਾਂ ਪਦਾਂ ਦੀ ਅਸਮਾਨਤਾ, ਇਨਇਕੁਐਲਿਟੀ ਆਫ ਸਟੇਟਸ। ਸਮਾਜਿਕ ਸਤਰੀਕਰਨ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਸਮਾਜ ਦੀ ਹਰੇਕ ਸਤਰ ਜਾਂ ਇਸ ਦੇ ਮੈਂਬਰਾਂ ਦੀ ਸਥਿਤੀ ਜਾਂ ਰੁਤਬਾ ਇੱਕ ਸਮਾਨ ਨਹੀਂ ਹੁੰਦੀ, ਸਗੋਂ ਇਹਨਾਂ ਵਿੱਚੋਂ ਕਿਸੇ ਦੀ ਸਥਿਤੀ ਸਭ ਤੋਂ ਉੱਚੀ, ਕਿਸੇ ਦੀ ਸਥਿਤੀ ਉਸ ਤੋਂ ਨੀਵੀਂ ਅਤੇ ਕਿਸੇ ਦੀ ਸਥਿਤੀ ਸਭ ਤੋਂ ਨੀਵੀਂ ਹੁੰਦੀ ਹੈ। ਇਸ ਤਰ੍ਹਾਂ ਸਮਾਜਿਕ ਸਤਰੀਕਰਨ ਵਿੱਚ ਵੱਖ-ਵੱਖ ਸਤਰਾਂ ਜਾਂ ਵਿਅਕਤੀਆਂ ਦੇ ਸਮਾਜਿਕ ਰੁਤਬੇ ਜਾਂ ਸਥਿਤੀਆਂ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੇ ਉਤਰਾਅ ਚੜ੍ਹਾਅ ਦਾ ਕਰਮ ਪਾਇਆ ਜਾਂਦਾ ਹੈ, ਜਿਸ ਕਰਕੇ ਕੁਝ ਵਿਅਕਤੀਆਂ ਜਾਂ ਸਮੂਹਾਂ ਦਾ ਸਮਾਜਿਕ ਰੁਤਬਾ ਦੂਜੇ ਸਮੂਹਾਂ ਜਾਂ ਵਿਅਕਤੀਆਂ ਦੇ ਮੁਕਾਬਲੇ ਵਿੱਚ ਉੱਚਾ ਜਾਂ ਨੀਵਾਂ ਹੁੰਦਾ ਹੈ, ਜਾਂ ਫਿਰ ਸਭ ਤੋਂ ਉੱਚਾ ਹੁੰਦਾ ਹੈ ਜਾਂ ਸਭ ਤੋਂ ਨੀਵਾਂ ਹੁੰਦਾ ਹੈ। ਉੱਚਾ ਜਾਂ ਨੀਵਾਂ ਰੁਤਬਾ ਇਸ ਗੱਲ ਦਾ ਸੂਚਕ ਹੈ ਕਿ ਹਰੇਕ ਰੁਤਬੇ ਦੇ ਨਾਲ ਵਿਸ਼ੇਸ਼ ਪ੍ਰਤਿਸ਼ਠਾ ਜੁੜੀ ਹੁੰਦੀ ਹੈ। ਇਸ ਪ੍ਰਤਿਸ਼ਠਤਾ ਹਮੇਸ਼ਾ ਤਰਕਸੰਗਤ ਨਹੀਂ ਹੁੰਦੀ। ਕਈ ਵਾਰ ਰੁਤਬਾ ਵਿਸ਼ੇਸ਼ ਨਾਲ ਜੁੜੀ ਪ੍ਰਤਿਸ਼ਠਾ ਅੰਧ ਵਿਸ਼ਵਾਸਾਂ ਅਤੇ ਪੁਰਾਣੇ ਵਿਚਾਰ ਵੀ ਹੋ ਸਕਦੇ ਹਨ। ਸਮਾਜ ਦੇ ਵਿੱਚ ਉੱਚੀ ਜਾਂ ਨੀਵੇਂ ਸਥਾਨ ਜ਼ਰੂਰੀ ਨਹੀਂ ਤਰਕ ਦੇ ਆਧਾਰ 'ਤੇ ਹੋਣ, ਕਈ ਵਾਰੀ ਅੰਧ ਵਿਸ਼ਵਾਸ ਦੇ ਆਧਾਰ 'ਤੇ ਵੀ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਦਾ ਹੈ। ਅਸੀਂ ਉਦਾਹਰਨ ਦੇ ਤੌਰ 'ਤੇ ਸਮਝ ਸਕਦੇ ਹਾਂ, ਭਾਰਤ ਵਿੱਚ ਬ੍ਰਾਹਮਣਾਂ ਨੂੰ ਧਾਰਮਿਕ ਵਿਚਾਰਾਂ ਕਰਨ ਕਲਪਿਤ ਦੇਵੀ ਆਦੇਸ਼ ਦੁਆਰਾ ਜ਼ਿਆਦਾ ਪ੍ਰਤਿਸ਼ਠਤਾ ਪ੍ਰਦਾਨ ਕੀਤੀ ਗਈ ਸੀ। ਭਾਵ ਹਿੰਦੂ ਫਿਲਾਸਫੀ, ਹਿੰਦੂ ਸੁਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਬ੍ਰਾਹਮਣਾਂ ਨੂੰ ਇਸੇ ਕਰਕੇ ਉੱਚਾ ਸਥਾਨ ਦਿੱਤਾ ਗਿਆ ਸੀ ਕਿ ਉਹ ਧਾਰਮਿਕ ਵਿਚਾਰਾਂ ਭਾਵ ਕਲਪਿਤ ਦੇਵੀ ਦੇਵਤਿਆਂ ਦੇ ਆਦੇਸ਼ ਬਾਕੀ ਜਾਤੀਆਂ ਦੇ ਲੋਕਾਂ ਤੱਕ ਪਹੁੰਚਾਉਣਗੇ। ਇਸ ਤਰ੍ਹਾਂ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਨੇ ਸਮਾਜਿਕ ਰੁਤਬੇ ਦੇਖਣ ਨੂੰ ਮਿਲਦੇ ਆ। ਅਗਲੀ ਵਿਸ਼ੇਸ਼ਤਾ ਹੈ ਸਮਾਜਿਕ ਸੰਬੰਧਾਂ ਦਾ ਵਿਸ਼ੇਸ਼ ਰੂਪ, ਡੈਫੀਨਿਟ ਫਾਰਮ ਆਫ ਸੋਸ਼ਲ ਰਿਲੇਸ਼ਨਸ਼ਿਪ। ਸਮਾਜਿਕ ਸਤਰੀਕਰਨ ਵਿੱਚ ਵਿਅਕਤੀ ਵਿਸ਼ੇਸ਼ ਜਾਂ ਸਮੂਹ ਵਿਸ਼ੇਸ਼ ਦੀ ਸਮਾਜਿਕ ਸਥਿਤੀ ਦੂਜਿਆਂ ਤੋਂ ਉੱਚੀ ਜਾਂ ਨੀਵੀਂ ਹੁੰਦੀ ਹੈ। ਇਸ ਅਨੁਸਾਰ ਹੀ ਉਹਨਾਂ ਵਿੱਚ ਊਚ ਨੀਚ ਦੀ ਭਾਵਨਾ ਪੈਦਾ ਹੋ ਜਾਂਦੀ ਹੈ।
ਇਸ ਊਚ ਨੀਚ ਦੀ ਭਾਵਨਾ ਦੇ ਆਧਾਰ ਉੱਤੇ ਉੱਚ ਸਥਿਤੀ ਵਾਲੇ ਸਮੂਹ ਜਾਂ ਵਿਅਕਤੀ ਆਪਣੇ ਆਪ ਨੂੰ ਨਿਮਨ ਜਾਂ ਨੀਵੀਂ ਸਥਿਤੀ ਵਾਲੇ ਵਿਅਕਤੀਆਂ ਤੋਂ ਸ਼੍ਰੇਸ਼ਟ ਜਾਂ ਉੱਤਮ ਸਮਝਣ ਲੱਗ ਜਾਂਦੇ ਹਨ ਅਤੇ ਨੀਵੇਂ ਰੁਤਬੇ ਵਾਲੇ ਵਿਅਕਤੀ ਜਾਂ ਸਮੂਹ ਆਪਣੇ ਆਪ ਨੂੰ ਉਹਨਾਂ ਦੇ ਸੰਬੰਧ ਵਿੱਚ ਹੀਨ ਸਮਝਣ ਲੱਗ ਜਾਂਦੇ ਹਨ। ਇਸ ਊਚ ਨੀਚ ਦੀ ਭਾਵਨਾ ਦੇ ਆਧਾਰ 'ਤੇ ਵੱਖ-ਵੱਖ ਸਤਰਾਂ ਵਿੱਚ ਉੱਚਤਾ ਅਤੇ ਅਧੀਨਤਾ ਦੇ ਸੰਬੰਧ ਪ੍ਰਗਟ ਹੁੰਦੇ ਹਨ। ਇਹਨਾਂ ਸੰਬੰਧਾਂ ਦੇ ਆਧਾਰ 'ਤੇ ਇਹ ਸਤਰਾਂ ਜੁੜੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਸਮਾਜ ਦੇ ਵਿੱਚ ਸਤਰੀਕਰਨ ਦੇ ਆਧਾਰ 'ਤੇ ਸਮਾਜ ਦੇ ਵਿੱਚ ਜਿਹੜੇ ਵਿਅਕਤੀ ਨੇ ਉਹਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸੰਬੰਧ ਸਾਨੂੰ ਦੇਖਣ ਨੂੰ ਮਿਲਣਗੇ। ਉੱਚੇ ਜਾਂ ਨੀਵੇਂ ਰੁਤਬੇ ਦੇ ਆਧਾਰ 'ਤੇ ਲੋਕਾਂ ਵਿਚਕਾਰ ਸੰਬੰਧ ਨੇ ਜਿਹੜੇ ਉਹ ਸਮਾਜ ਦੀਆਂ ਸਤਰਾਂ ਭਾਵ ਲੇਅਰਸ ਨੂੰ ਬਣਾਈ ਰੱਖਦੇ ਹਨ। ਅਗਲੀ ਵਿਸ਼ੇਸ਼ਤਾ ਹੈ ਸਮਾਜਿਕ ਸਤਰੀਕਰਨ ਦਾ ਸਾਰ ਅਤੇ ਆਧਾਰ ਅਧਿਕਾਰਾਂ ਅਤੇ ਰਾਇਤਾਂ ਦਾ ਅਸਮਾਨ ਵਿਤਰਣ ਹੈ। ਭਾਵ ਸਮਾਜ ਦੇ ਵਿੱਚ ਸਤਰੀਕਰਨ ਦੇ ਆਧਾਰ 'ਤੇ ਅਧਿਕਾਰ ਅਤੇ ਰਾਇਤਾਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹਨਾਂ ਵਿੱਚ ਅਸਮਾਨ ਵੰਡ ਹੈ। ਇਟ ਇਨਵੋਲਵਸ the unequal distribution of rights to privileges। ਵੱਖ-ਵੱਖ ਸਤਰਾਂ ਵਿੱਚ ਉੱਚਤਾ ਅਤੇ ਅਧੀਨਤਾ ਦੇ ਸੰਬੰਧ ਹੋਣ ਕਾਰਨ ਸਮਾਜ ਵਿੱਚ ਉੱਚ ਸਤਰਾਂ ਨੂੰ ਵਧੇਰੇ ਸਹੂਲਤਾਂ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੁੰਦੇ ਹਨ। ਭਾਵ ਜਿਹੜੇ ਉੱਚੇ ਸਤਰਾਂ ਵਿੱਚ ਉੱਚੇ ਸਥਾਨ 'ਤੇ ਜਾਂ ਉੱਚ ਪੱਧਰ 'ਤੇ ਉੱਚਾ ਰੁਤਬਾ ਰੱਖਦੇ ਹਨ ਉਹਨਾਂ ਨੂੰ ਸਮਾਜ ਦੇ ਵਿੱਚ ਜ਼ਿਆਦਾ ਸਹੂਲਤਾਂ ਅਤੇ ਅਧਿਕਾਰ ਪ੍ਰਾਪਤ ਹੁੰਦੇ ਹਨ, ਜਦੋਂ ਕਿ ਓਨੀਆਂ ਸਹੂਲਤਾਂ ਅਤੇ ਅਧਿਕਾਰ ਨੀਵੇਂ ਸਥਿਤੀ ਵਾਲੇ ਵਿਅਕਤੀਆਂ ਨੂੰ ਪ੍ਰਾਪਤ ਨਹੀਂ ਹੁੰਦੇ। ਇਸ ਤਰ੍ਹਾਂ ਸਮਾਜ ਦੇ ਵਿੱਚ ਜਿਹੜੇ ਅਧਿਕਾਰ ਨੇ ਜਾਂ ਸਹੂਲਤਾਂ ਨੇ ਉਹ ਉਹਨਾਂ ਦੀ ਅਸਮਾਨ ਵੰਡ ਦੇਖਣ ਨੂੰ ਮਿਲਦੀ ਹੈ। ਇਸ ਦਾ ਆਧਾਰ ਸਮਾਜਿਕ ਸਤਰੀਕਰਨ ਨੂੰ ਮੰਨਿਆ ਜਾਂਦਾ ਹੈ। ਅਗਲੀ ਵਿਸ਼ੇਸ਼ਤਾ ਹੈ ਇਹਨਾਂ ਦੇ ਹੋਂਦ ਵਿੱਚ ਆਉਣ ਲਈ ਸਤਰੀਕਰਨ ਸਮਾਜ ਵਿੱਚ ਸਾਪੇਖ ਤੌਰ 'ਤੇ ਸਥਿਰ ਸਤਰਾਂ ਦਾ ਹੋਣਾ ਜ਼ਰੂਰੀ ਹੈ। ਸਟ੍ਰੈਟੀਫਿਕੇਸ਼ਨ ਇੰਟੇਲਸ ਰਿਲੇਟਿਵਲੀ ਸਟੇਬਲ ਸਟ੍ਰੈਟਾ ਇਨ ਦਾ ਸੋਸਾਇਟੀ। ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਤਾਂ ਹੀ ਸੰਭਵ ਹੁੰਦੀ ਹੈ ਜੇਕਰ ਸਮਾਜ ਦੀਆਂ ਵੱਖ-ਵੱਖ ਸਤਰਾਂ ਵਿੱਚ ਸਥਿਰਤਾ ਭਾਵ ਸਟੇਬਿਲਿਟੀ ਹੋਵੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਥਾਈ ਸਮਾਜਿਕ ਸਤਰਾਂ ਦਾ ਸਮਾਜ ਵਿੱਚ ਮੌਜੂਦ ਹੋਣਾ ਜ਼ਰੂਰੀ ਹੈ, ਕਿਉਂਕਿ ਇਸ ਸਥਿਰਤਾ ਦੇ ਆਧਾਰ 'ਤੇ ਹੀ ਊਚ ਨੀਚ ਦੀ ਭਾਵਨਾ ਜਿਉਂਦੀ ਰਹਿੰਦੀ ਹੈ ਅਤੇ ਇਸ ਤਰ੍ਹਾਂ ਸਤਰਾਂ ਉੱਚਤਾ ਅਤੇ ਅਧੀਨਤਾ ਦੇ ਕ੍ਰਮ ਵਿੱਚ ਵਿਵਸਥਿਤ ਰਹਿੰਦੀਆਂ ਨੇ। ਭਾਵ ਸਮਾਜ ਦੇ ਵਿੱਚ ਸਤਰੀਕਰਨ ਦੇ ਲਈ ਜ਼ਰੂਰੀ ਹੈ ਕਿ ਸਮਾਜ ਦੇ ਵਿੱਚ ਜਿਹੜੀਆਂ ਸਮਾਜਿਕ ਸਤਰਾਂ ਮੌਜੂਦ ਨੇ ਉਹ ਸਟੇਬਲ ਹੋਣ, ਉਹ ਇਸੇ ਤਰ੍ਹਾਂ ਲੰਬੇ ਸਮੇਂ ਤੱਕ ਕਾਇਮ ਰਹਿਣ। ਇਸ ਦੇ ਨਾਲ ਹੀ ਸਮਾਜ ਦੇ ਵਿੱਚ ਸਮਾਜਿਕ ਸਤਰੀਕਰਨ ਮੌਜੂਦ ਰਹਿ ਸਕਦਾ ਹੈ। ਅਗਲੀ ਵਿਸ਼ੇਸ਼ਤਾ ਹੈ ਸਤਰੀਕਰਨ ਅੰਤਰ-ਕਿਰਿਆ ਨੂੰ ਸੀਮਿਤ ਕਰਦੀ ਹੈ। ਸਟ੍ਰੈਟੀਫਿਕੇਸ਼ਨ ਇਜ਼ ਰਿਸਪੋਂਸਿਬਲ ਟੂ ਰਿਸਟ੍ਰਿਕਟ ਸੋਸ਼ਲ ਇੰਟਰੈਕਸ਼ਨ। ਵਿਸ਼ੇਸ਼ ਕਿਸਮ ਦੀਆਂ ਅੰਤਰ-ਕਿਰਿਆਵਾਂ ਸਿਰਫ ਸਤਰ ਵਿਸ਼ੇਸ਼ ਦੇ ਮੈਂਬਰਾਂ ਵਿਚਕਾਰ ਹੀ ਹੁੰਦੀਆਂ ਹਨ, ਨਾ ਕਿ ਵੱਖ-ਵੱਖ ਸਤਰਾਂ ਵਿਚਕਾਰ। ਉਦਾਹਰਣ ਵਜੋਂ ਨੌਕਰੀ ਦੀ ਚੋਣ, ਜੀਵਨ ਸਾਥੀ ਦੀ ਚੋਣ, ਦੋਸਤ ਬਣਾਉਣ ਦੀ ਚੋਣ ਆਮ ਤੌਰ 'ਤੇ ਕਰਨ ਲਈ ਵਿਅਕਤੀ ਵਿਸ਼ੇਸ਼ ਆਪਣੀ ਸਤਰ ਭਾਵ ਆਪਣੇ ਨਾਲ ਮਿਲਦੇ ਜੁਲਦੇ ਸਤਰ ਦੇ ਮੈਂਬਰਾਂ ਨਾਲ ਹੀ ਵਧੇਰੇ ਅੰਤਰ-ਕਿਰਿਆ ਕਰਦੇ ਹਨ। ਇਸ ਤਰ੍ਹਾਂ ਇੱਕ ਸਤਰ ਦੇ ਵਿਅਕਤੀਆਂ ਦੀਆਂ ਲੋੜਾਂ ਲਗਭਗ ਸਮਾਨ ਹੁੰਦੀਆਂ ਹਨ, ਜਿਸ ਕਰਕੇ ਉਹਨਾਂ ਵਿਚਕਾਰ ਅੰਤਰ-ਕਿਰਿਆ ਦਾ ਹੋਣਾ ਜ਼ਰੂਰੀ ਹੈ। ਵੱਖ-ਵੱਖ ਸਤਰ ਦੇ ਲੋਕਾਂ ਦੇ ਜੀਵਨ ਢੰਗ ਅਤੇ ਲਾਈਫ ਓਪਰਚੁਨਿਟੀਜ਼ ਵੱਖ-ਵੱਖ ਹੋਣ ਕਾਰਨ ਵੱਖ-ਵੱਖ ਸਤਰਾਂ ਦੇ ਮੈਂਬਰਾਂ ਵਿਚਕਾਰ ਅੰਤਰ-ਕਿਰਿਆਵਾਂ ਸੀਮਿਤ ਹੁੰਦੀਆਂ ਹਨ, ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਆਪਸੀ ਕੋਈ ਮੇਲ ਨਹੀਂ ਹੈ
ਉਹਨਾਂ ਦੀ ਆਪਸੀ ਅੰਤਰਕਿਰਿਆ ਸਮੱਸਿਆ ਪੈਦਾ ਕਰ ਸਕਦੀ ਹੈ। ਇਸ ਤਰ੍ਹਾਂ ਇਸੇ ਕਰਕੇ ਸਮਾਜ ਦੇ ਵਿੱਚ ਸਤਰੀਕਰਨ ਦੇ ਕਾਰਨ ਵੱਖ-ਵੱਖ ਸਮੂਹਾਂ ਦੇ ਲੋਕਾਂ ਵਿਚਕਾਰ ਅੰਤਰਕਿਰਿਆ ਨੂੰ ਸੀਮਿਤ ਕਰਦੀ ਹੈ। ਹਰ ਕੋਈ ਆਪਣੇ ਸਮੂਹ ਦੇ ਜਾਂ ਆਪਣੇ ਵਰਗੇ ਵਿਅਕਤੀਆਂ ਨਾਲ ਅੰਤਰਕਿਰਿਆ ਕਰਨਾ ਪਸੰਦ ਕਰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਸਤਰੀਕਰਨ ਸਮਾਜ ਉਹਨਾਂ ਵੱਖ-ਵੱਖ ਸਥਾਈ ਸਮੂਹਾਂ ਵਿੱਚ ਵਿਭਾਜਨ ਹੈ ਜੋ ਆਪਸ ਵਿੱਚ ਸ੍ਰੇਸ਼ਟਤਾ ਅਤੇ ਅਧੀਨਤਾ ਦੇ ਸੰਬੰਧ ਰਾਹੀਂ ਸੰਬੰਧਿਤ ਹੁੰਦੇ ਹਨ। ਇਸ ਅਰਥ ਵਿੱਚ ਇਹਨਾਂ ਵਿੱਚੋਂ ਹਰੇਕ ਸਮੂਹ ਭਾਵੇਂ ਉੱਚੀ ਸਥਿਤੀ ਜਾਂ ਨੀਵੀਂ ਸਥਿਤੀ ਦਾ ਸਮੂਹ ਹੋਵੇ ਦੀ ਸਮਾਜਿਕ ਸੰਰਚਨਾ ਵਿੱਚ ਇੱਕ ਨਿਸ਼ਚਿਤ ਸਥਾਨ ਹੁੰਦਾ ਹੈ ਅਤੇ ਉਸ ਦੇ ਅਨੁਸਾਰ ਹੀ ਹਰੇਕ ਸਮੂਹ ਦੇ ਮੈਂਬਰਾਂ ਨੂੰ ਅਧਿਕਾਰ ਅਤੇ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ। ਇਸ ਤਰ੍ਹਾਂ ਸਪਸ਼ਟ ਹੈ ਕਿ ਸਮਾਜਿਕ ਸਤਰੀਕਰਨ ਉਦੋਂ ਹੋਂਦ ਵਿੱਚ ਆਉਂਦਾ ਹੈ ਜਦੋਂ ਸਿਥਰ ਸਮਾਜਿਕ ਸਮੂਹ ਉੱਚਤਾ ਅਤੇ ਨਿਮਨਤਾ ਦੇ ਪਦਕ੍ਰਮ ਵਿੱਚ ਵਿਵਸਥਿਤ ਹੋ ਜਾਂਦੇ ਹਨ ਅਤੇ ਇਸ ਸ੍ਰੇਸ਼ਟਤਾ ਅਤੇ ਅਧੀਨਤਾ ਦੇ ਅਨੁਸਾਰ ਇਹਨਾਂ ਸਮੂਹਾਂ ਵਿਚਕਾਰ ਸੰਬੰਧ ਨਿਰਧਾਰਿਤ ਹੁੰਦੇ ਹਨ। ਇਸ ਤਰ੍ਹਾਂ ਇਹ ਤਾਂ ਸੀ ਸਮਾਜਿਕ ਸਤਰੀਕਰਨ ਦੀਆਂ ਵਿਸ਼ੇਸ਼ਤਾਵਾਂ। ਅਗਲੇ ਲੈਕਚਰ ਦੇ ਵਿੱਚ ਅਸੀਂ ਸਮਾਜਿਕ ਸਤਰੀਕਰਨ ਦੇ ਆਧਾਰ ਡਿਸਕਸ ਕਰਾਂਗੇ। ਜੇਕਰ ਲੈਕਚਰ ਸਮਝ ਆ ਰਹੇ ਨੇ, ਤੁਹਾਡੀ ਹੈਲਪ ਹੋ ਰਹੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਣੀ ਕਲਾਸਮੇਟਸ ਅਤੇ ਫਰੈਂਡ ਸਰਕਲ ਦੇ ਵਿੱਚ ਲੈਕਚਰ ਨੇ ਜਿਹੜੇ ਸ਼ੇਅਰ ਕਰੋ ਤਾਂ ਕਿ ਬਾਕੀ ਬੱਚਿਆਂ ਦੀ ਵੀ ਹੈਲਪ ਹੋ ਸਕੇ। ਥੈਂਕ ਯੂ।